ਭਾਰਤ ਨੇ ਦੁਨੀਆ ਦੀਆਂ ਚੋਟੀ ਦੀਆਂ 10 अर्थ ਵਿਵਸਥਾਵਾਂ ਵਿੱਚ ਆਪਣੀ ਪੋਜੀਸ਼ਨ ਨੂੰ ਜ਼ਿਆਦਾ ਸਟਰੋਂਗ ਕੀਤਾ। ਇੰਡੀਆ ਦੀ ਜਿਹੜੀ ਇਕਨੋਮੀ ਆ ਦੁਨੀਆ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਿਕਾਸ ਕਰ ਰਹੀ ਆ। इत्थों तक कि जिन्हों चर्चिल बारे बहुत गल्लां करते हैं। चर्चिल ने वर्ल्ड वार 2 दे विच साडे बंगाल दे विच काफ़ी भुखमरी पैदा हुई। ये नहीं कि उत्थे अनाज घट सी, अनाज उन्हां दा चक के इंग्लैंड नूं लै गए। इन्हों 75 साल हो गए दोहां साडियां नूं। हाँ जी। उधरों उर्दू वालियां ने सामभ लिया सब कुछ, इधरों पंडित नेहरू हुणी बोलन लगे सी कि अज बहुत वधिया दिन है। उस वेले जदों साडे पंजाब दे विच कतल हो रहे सी जी, तो दूसरे पासे जिहड़ी रैड क्लिफ रेखा इन्हां ने वाही इंग्लैंड वालियां ने आके उत्थे दोहां नूं जुदे कीता। ਉਹਦੇ ਤੇ ਇੰਨਾ ਕਨਫਿਊਜ਼ਨ ਸੀ 1947 ਦੇ ਵਿੱਚ ਜਦੋਂ 14-15 ਅਗਸਤ ਨੂੰ ਟ੍ਰਾਂਸਫਰ ਆਫ ਪਾਵਰ ਵੀ ਹੋਈ ਆ ਤੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕਿਹੜਾ ਇਲਾਕਾ ਕਿਹੜੇ ਪਾਸੇ ਆ। ਹਿੰਦੁਸਤਾਨ ਦੁਨੀਆ ਭਰ ਦੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹਨੂੰ ਅਸੀਂ ਮੰਨਦੇ ਆ ਨਾ ਉਹਦਾ 30% ਹੁੰਦਾ। 30% ਹੀ ਚਾਈਨਾ ਦਾ ਸੀ। तकरीबन दुनिया की इकोनॉमी ये चाइना तो इंडिया वाले लैके बैठे होंगे सी। हाँ जी। कोविड-19 पैंडेमिक ਅਤੇ ਰਸ਼ੀਆ ਯੂਕਰੇਨ ਯੁੱਧ ਦੇ ਕਾਰਨ ਦੁਨੀਆ ਭਰ ਦੀਆਂ ਜਿਹੜੀਆਂ ਅਰਥ ਵਿਵਸਥਾਵਾਂ ਨੇ, ਇਕਨੋਮੀਜ਼ ਨੇ, ਇਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਝੱਲਣਾ ਪਿਆ। ਇਸ ਸਭ ਦੇ ਬਾਵਜੂਦ ਭਾਰਤ ਨੇ ਦੁਨੀਆ ਦੀਆਂ ਚੋਟੀ ਦੀਆਂ 10 अर्थ ਵਿਵਸਥਾਵਾਂ ਵਿੱਚ ਆਪਣੀ ਪੋਜੀਸ਼ਨ ਨੂੰ ਜ਼ਿਆਦਾ ਸਟਰੋਂਗ ਕੀਤਾ। ਇੰਡੀਆ ਦੀ ਜਿਹੜੀ ਇਕਨੋਮੀ ਆ ਦੁਨੀਆ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਿਕਾਸ ਕਰ ਰਹੀ ਆ ਤੇ ਮਾਰਗਨ ਸਟੈਨਲੇ ਦੇ ਐਕਸਪਰਟਸ ਦਾ ਕਹਿਣਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ 2023 ਤੱਕ ਭਾਰਤ ਦੀ GDP ਜਿਹੜੀ ਹੈਗੀ ਹੈ 7% ਤੱਕ ਉਹਦੇ 'ਚ ਵਾਧਾ ਰਹੂਗਾ। ਕੀ ਕਹਿਣਾ ਚਾਹੋਗੇ? देखो अज वैसे भी आज़ादी का दिवस है। हाँ जी। तो ये जिहड़ा कॉन्सैप्ट है साडी तरक्की का ये भी आज़ादी दे नाल जुड़िया होया। हाँ जी। क्योंकि आज़ादी नाल साडे पंजाबियां लई खास तौर ते दो गल्लां जुड़ियां होईयां ने। एक ते 200 साल बाद साडे पंजाब दे विच तकरीबन 100 साल बाद अंग्रेज़ उत्थों छड्ड के गए। जिहड़े GDP साडी अंग्रेज़ जिहड़ा पोलीटिकल इकोनॉमिस्ट है ਉਹਦੇ ਆਪਣੇ ਹਿਸਾਬ ਦੇ ਨਾਲ ਪੌਲ ਬਰਾਨ ਨੇ ਲਿਖਿਆ ਹੈ। ਉਹ ਕਹਿੰਦਾ ਤਕਰੀਬਨ ਅੰਗਰੇਜ਼ ਹਰੇਕ ਸਾਲ 20% ਇੰਡੀਆ ਦੀ GDP ਇੰਗਲੈਂਡ ਲੈ ਕੇ ਆਉਂਦੇ ਹੁੰਦੇ ਸੀ। ਇੱਥੋਂ ਤੱਕ ਕਿ ਜਿਹਨੂੰ ਚਰਚਿਲ ਬਾਰੇ ਬਹੁਤ ਗੱਲਾਂ ਕਰਦੇ ਇਹ ਚਰਚਿਲ ਨੇ ਵਰਲਡ ਵਾਰ 2 ਦੇ ਵਿੱਚ ਸਾਡੇ ਬੰਗਾਲ ਦੇ ਵਿੱਚ ਕਾਫੀ ਭੁੱਖਮਰੀ ਪੈਦਾ ਹੋਈ। ਇਹ ਨਹੀਂ ਕਿ ਉੱਥੇ ਅਨਾਜ ਘੱਟ ਸੀ, अनाज उन्होंने चक के इंग्लैंड नूं लै गए कि सानू ज़्यादा चाहिए, साडे फौजियां नूं ज़्यादा चाहिए क्योंकि लड़ाई लगी है। सो एक तो ये वधिया गल हुई है भी वो अंग्रेज़ गए है तो उहदे नाल तरक्की हुई है। हाँ जी। क्योंकि 1947 असीं आंकड़े इन्हां दी गल करदे हां उन्हां दी, पर नाल दी नाल साडे लई त्रासदी ये हुई है कि बंटवारे दा कारण लखां लोग, मतलब एक अद्धा बंदे दी गल नहीं है, ਲੱਖਾਂ ਪੰਜਾਬੀ ਲੋਕ ਪੰਜਾਬ ਦੇ ਬੰਦੇ ਜਿਹੜੇ ਚੜ੍ਹਦੇ ਪੰਜਾਬ 'ਚ ਲਹਿੰਦੇ ਪੰਜਾਬ 'ਚ ਇਹਦਾ ਸ਼ਿਕਾਰ ਹੋਏ ਜੀ। ਵੱਡੀ ਗੱਲ ਇਹ ਦੇਖੋ ਕਿ ਇੰਨੇ ਲੱਖਾਂ ਲੋਕਾਂ ਦੀ ਮੌਤ ਦੇ ਬਾਵਜੂਦ ਵੀ ਨਾ ਇਸਲਾਮਾਬਾਦ ਨੇ ਨਾ ਨਵੀਂ ਦਿੱਲੀ ਨੇ ਕਦੇ ਵੀ ਇੱਕ ਇਨਕੁਆਇਰੀ ਕਮਿਸ਼ਨ ਨਹੀਂ ਬਿਠਾਇਆ। ਇਹਨਾਂ ਨੂੰ 75 ਸਾਲ ਹੋ ਗਏ ਦੋਹਾਂ ਸਾਡਿਆਂ ਨੂੰ। ਹਾਂਜੀ। ਉਧਰੋਂ ਉਰਦੂ ਵਾਲਿਆਂ ਨੇ ਸਾਂਭ ਲਿਆ ਸਭ ਕੁਝ, ਇਧਰੋਂ पंडित नेहरू हुणी बोलन लगे सी कि अज बहुत वधिया दिन है। उस वेले जदों साडे पंजाब दे विच कतल हो रहे सी जी, बंदे एक दूसरे नूं मार रहे सी
ਤੇ ਇਹਦਾ ਅੱਜ ਤਾਈਂ ਜ਼ਿਕਰ ਨਹੀਂ ਕੀਤਾ ਕਿ ਸਾਡੇ ਸਿੱਖਾਂ ਨੂੰ ਖਾਸ ਤੌਰ ਤੇ ਸੋਚਣ ਵਾਲੀ ਗੱਲ ਹੈ ਕਿ ਅਸੀਂ ਸ਼ਬਦ ਯੂਜ਼ ਕਰਦੇ ਹਾਂ ਘੱਲੂਘਾਰਾ। ਹਾਂਜੀ। ਪੋਲੀਟੀਕਲੀ ਮੋਟੀਵੇਟਡ ਹੁੰਦਾ ਕਿ ਕਿਹੜੀ ਚੀਜ਼ ਨੂੰ ਘੱਲੂਘਾਰਾ ਕਹਿੰਦੇ। ਹਾਂਜੀ। ਤੇ 1947 ਦੇ ਵਿੱਚ ਜੇ ਨੰਬਰਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਅੱਜ ਤੋਂ 2,50,000 ਸਿੱਖਾਂ ਦਾ ਕਤਲ ਹੋਇਆ। ਕੀ ਉਹ ਘੱਲੂਘਾਰਾ ਨਹੀਂ ਸੀ ਜੀ? ਅੱਜ ਤਾਈਂ ਕੋਈ ਸਿੱਖ ਲੀਡਰ ਕਹਿੰਦਾ ਦੇਖਿਆ ਕਿ ਘੱਲੂਘਾਰਾ ਹੋਇਆ? ਜੀ ਬਿਲਕੁਲ ਨਹੀਂ ਡਾਕਟਰ ਸਾਹਿਬ। ਕਿਸੇ ਨੇ ਇਹਨਾਂ ਦੇ ਵਿੱਚੋਂ ਡਿਮਾਂਡ ਕੀਤੀ। ਪਹਿਲੀ ਵਾਰ ਕਮ ਸੇ ਕਮ ਅਕਾਲ ਤਖ਼ਤ ਦੇ ਜਥੇਦਾਰ ਦੀ ਮੈਂ ਇੰਨੀ ਸਲਾਹ ਉਹਨਾਂ ਨੂੰ ਪ੍ਰੇਜ਼ ਕਰਨਾ ਚਾਹੀਦਾ, ਪ੍ਰਸ਼ੰਸਾ ਕਰਨੀ ਬਣਦੀ ਵੀ ਆ ਕਿ ਉਹਨਾਂ ਨੇ ਅਰਦਾਸ ਕੀਤੀ ਪਹਿਲੀ ਵਾਰੀ 75 ਸਾਲਾਂ ਦੇ ਵਿੱਚ ਕਿ ਜਿਹੜੇ ਲੋਕ ਉਸ ਵੇਲੇ ਸਾਡੀ ਹਿੰਸਾ ਦਾ ਸ਼ਿਕਾਰ ਹੋਏ ਆ, ਭਰਾਵਾਂ ਨੇ ਭਰਾ ਮਾਰੇ ਆ, ਸਾਡੇ ਉਹੀ ਗੱਲ ਜਿਹੜੀ ਅੰਮ੍ਰਿਤਾ ਪ੍ਰੀਤਮ ਨੇ ਲਿਖੀ ਸੀ ਕਿ ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ ਜੀ। ਉਹ ਦਰਦ ਜਿਹੜਾ ਆ ਉਹ ਆਸ਼ਿਕ ਲਾਹੌਰ ਇੱਕ ਲਹਿੰਦੇ ਪੰਜਾਬ ਦਾ ਕਵੀ ਹੋਇਆ, ਉਹਨੇ ਦਿੱਲੀ ਦੇ ਵਿੱਚ ਆ ਕੇ ਬੋਲਿਆ ਸੀ 1948 ਦੇ ਵਿੱਚ ਹੀ। ਉਹ ਕਹਿੰਦੇ ਬਟਵਾਰੇ ਬਾਰੇ ਗੱਲ ਕੀਤੀ ਉਹਨੇ, ਜਦੋਂ ਸ਼ੁਰੂ ਹੀ ਗੱਲ ਕੀਤੀ ਬਟਵਾਰੇ ਬਾਰੇ, ਉਹ ਕਹਿੰਦਾ ਬਟਵਾਰੇ ਤੋਂ ਰੋਏ ਅਸੀਂ ਵੀ ਹਾਂ, ਰੋਏ ਤੁਸੀਂ ਵੀ ਹੋ ਜੀ। ਇਹ ਗੱਲਾਂ ਜੁਦੀ ਅਸੀਂ ਕਰਦੇ ਹਾਂ ਕਿ ਸਾਡੀ ਆਜ਼ਾਦੀ ਆ ਗਈ, ਆ ਗਿਆ, ਪਰ ਜੋ ਕੁਝ ਹੋਇਆ ਸਾਡੇ ਉੱਥੇ ਪੰਜਾਬ ਦੇ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ, ਉਹਨਾਂ ਰੋਏ ਅਸੀਂ ਵੀ ਹਾਂ, ਰੋਏ ਤੁਸੀਂ ਵੀ ਹਾਂ ਜੀ। ਦਰਦ ਤਾਂ ਦੋਨੇ ਪਾਸੇ ਹੰਢਾਇਆ, ਪਰ ਉਹਦੇ ਬਾਰੇ ਕੋਈ ਇਨਕੁਆਰੀ ਨਹੀਂ ਅੱਜ ਤਾਈਂ, ਕੋਈ ਕੁਝ ਨਹੀਂ ਹੋਇਆ, ਕੋਈ ਗੱਲ ਹੀ ਨਹੀਂ ਕਰਦਾ। ਪਰ ਕਮ ਸੇ ਕਮ ਇੰਨਾ ਹੋਇਆ ਕਿ ਜਦੋਂ 50ਵੀਂ ਵਰ੍ਹੇਗੰਢ ਸੀ 1997 ਤੋਂ ਬਾਅਦ ਖਾਸ ਤੌਰ ਤੇ ਦੋਹਾਂ ਹੀ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਤਅਲੁਕਾਤ ਪੈਦਾ ਹੋਣੇ ਸ਼ੁਰੂ ਹੋਏ। ਕੁਝ ਪਰਿਵਾਰ ਜਿਹੜੇ ਉੱਥੇ ਰਹਿ ਗਏ ਸੀ ਉਹ ਮਿਲੇ ਇੱਕ ਦੂਸਰੇ ਨੂੰ। ਹੁਣ ਤੁਸੀਂ ਦੇਖਦੇ ਆ ਕਿ ਵੀਡੀਓ ਤੇ ਲਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਚ ਆਉਂਦੇ ਆ, ਚੜ੍ਹਦੇ ਪੰਜਾਬ ਦੇ ਬੰਦੇ ਲਹਿੰਦੇ ਪੰਜਾਬ ਦੇ ਵਿੱਚ ਜਾਂਦੇ ਆ, ਹਾਂਜੀ, ਜਿਹੜੇ ਇੱਕ ਦੂਜੇ ਨੂੰ ਮਿਲਦੇ ਆ, ਦੇਖਦੇ ਆ, ਗੱਲਾਂ ਬਾਤਾਂ ਕਰਦੇ ਆ। ਹਾਂਜੀ। ਸਾਨੂੰ ਯਾਦ ਆ ਕਿ ਅਸੀਂ ਇੱਕ ਵਾਰ ਇੱਥੇ ਪਿੰਡ ਦਾ ਫੰਕਸ਼ਨ ਕੀਤਾ ਤੇ ਜਿਹੜੇ ਬੰਦੇ ਸਾਡੇ ਪਿੰਡ ਤੋਂ ਉੱਠ ਕੇ ਗਏ ਸੀ ਨਾ, ਉਹਨਾਂ ਦੇ ਵਿੱਚੋਂ 2 ਪਰਿਵਾਰ ਇੱਥੇ ਰਹਿੰਦੇ ਆ, ਇੱਕ ਸਰੀ ਰਹਿੰਦਾ, ਇੱਕ ਵੈਨਕੂਵਰ ਰਹਿੰਦਾ। ਉਹਨਾਂ ਨੂੰ ਅਸੀਂ ਫੰਕਸ਼ਨ ਤੇ ਸੱਦਿਆ, ਇੰਨੇ ਜ਼ੋਰ ਸ਼ੋਰ ਨਾਲ ਉਹਨਾਂ ਦਾ ਸਵਾਗਤ ਕੀਤਾ। ਤਾਂ ਇਮੋਸ਼ਨਲ ਗੱਲ ਸੀ ਕਿ 1947 ਦੇ ਵਿੱਚ ਇਹ ਲੋਕ ਗਏ ਆ। ਹਾਂਜੀ। ਉਹਨਾਂ ਨੂੰ ਪੁੱਛਿਆ ਅਸੀਂ ਕਿ ਤੁਸੀਂ ਪਿੰਡ ਛੱਡ ਕੇ ਗਏ, ਤੁਹਾਨੂੰ ਮਜਬੂਰੀ ਕਰਨੀ ਪਈ? ਉਹ ਕਹਿੰਦੇ ਨਹੀਂ, ਪਿੰਡ ਦੇ ਬੰਦਿਆਂ ਨੇ ਤਾਂ ਸਾਨੂੰ, ਸਾਡਾ ਪਿੰਡ ਉਹਨਾਂ ਪਿੰਡਾਂ ਚੋਂ ਆ ਜਿੱਥੇ ਕਿਸੇ ਵੀ ਜ਼ਾਤ ਦਾ, ਕਿਸੇ ਧਰਮ ਦਾ ਬੰਦਾ ਮਾਰਿਆ ਨਹੀਂ ਗਿਆ। ਉਹਨਾਂ ਬੰਦਿਆਂ ਨੂੰ ਜੇ ਛੱਡ ਕੇ ਆਏ, ਨਕੋਦਰ ਦੇ ਵਿੱਚ ਕੈਂਪ ਹੁੰਦਾ ਸੀ ਸਾਡੇ, ਤਾਂ ਸਾਡੇ ਬੰਦੇ ਆਪ ਜਾ ਕੇ ਛੱਡ ਕੇ ਆਏ ਉੱਥੇ। ਤਾਂ ਉਹਨਾਂ ਨੂੰ ਕਿਹਾ ਸੀ ਪਿੰਡ ਦਿਆਂ ਨੇ ਵੀ ਇਹਨਾਂ ਨੂੰ ਹੱਥ ਨਾ ਲਾਵੇ, ਤਲਵਾਰਾਂ ਲੈ ਕੇ ਨਾਲ ਜਾਓ। ਉਹ ਕਹਿੰਦੇ ਕਿ ਸਾਨੂੰ ਪਹਿਲੀ ਪ੍ਰਪੋਜ਼ਲ ਤਾਂ ਪਿੰਡ ਦਿਆਂ ਨੇ ਇਹੀ ਦਿੱਤੀ ਸੀ ਕਿ ਤੁਸੀਂ ਇੱਥੇ ਹੀ ਰਹੋ, ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ। ਪਰ ਉਹ ਕਹਿੰਦੇ ਕਿ ਸਾਡੀ ਜਿਹੜਾ ਮੁਸਲਿਮ ਭਾਈਚਾਰਾ ਇਕੱਠਾ ਹੋਇਆ, ਉਹ ਕਹਿੰਦੇ ਵੀ ਨਹੀਂ, ਅਸੀਂ ਪਾਕਿਸਤਾਨ ਨੂੰ ਜਾਣਾ ਆ। ਉਦੋਂ ਸੋਚਦਾ ਹੀ ਖਰਿਆ ਮੁੜੇ ਆਉਣਾ ਜੀ। ਕਹਿੰਦੇ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਅਸੀਂ ਚੱਲਦੇ ਕੈਂਪ ਦੇ ਵਿੱਚ ਜਾਣਾ ਸੀ, ਤੇ ਉਸ ਤੋਂ ਬਾਅਦ ਦੇਖ ਲਵਾਂਗੇ, ਮੁੜ ਆਵਾਂਗੇ। ਤੇ ਉਹ ਫਿਰ ਪਿੰਡ ਵਾਲੇ ਕਹਿੰਦੇ ਵੀ ਕੋਈ ਗੱਲ ਨਹੀਂ, ਜੇ ਜਾਣਾ ਤਾਂ ਅਸੀਂ ਨਾਲ ਜਾਵਾਂਗੇ ਤੁਹਾਡੇ, ਸੁਰੱਖਿਆ ਦੇ ਲਈ ਕੈਂਪ ਦੇ ਵਿੱਚ ਛੱਡ ਕੇ ਆਏ ਉਹਨਾਂ ਨੂੰ। ਤਾਂ ਉਹ 2 ਪਰਿਵਾਰ ਇੱਥੇ ਹੀ ਰਹਿੰਦੇ ਆ ਸਾਡੇ ਇੱਕ ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ। ਤੇ ਇਸ ਤਰ੍ਹਾਂ ਮਤਲਬ ਸੈਂਕੜੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜੇ ਲੋਕੀ ਗਏ ਹੋਣੇ ਆ। ਤੇ ਇੱਕ ਮੇਰਾ ਖਿਆਲ ਵਧੀਆ ਕਿਤਾਬ ਜਿਹੜੀ ਲਿਖੀ ਹੈ ਕਿਸੇ ਨੇ, ਤੇ ਖੁਸ਼ਵੰਤ ਸਿੰਘ ਦੀ ਆ, ਟ੍ਰੇਨ ਟੂ ਪਾਕਿਸਤਾਨ। ਹਾਂਜੀ। ਉਹਨਾਂ ਨੇ ਜ਼ਿਕਰ ਕੀਤਾ ਕਿ ਕਿੱਦਾਂ, ਕਿਸ ਤਰੀਕੇ ਨਾਲ ਜਿਹੜੇ ਲੋਕੀ ਸਦੀਆਂ ਤੋਂ ਇਕੱਠੇ ਰਹਿ ਰਹੇ ਸੀ, ਇਹਨਾਂ ਦੇ ਵਿੱਚ ਨਫ਼ਰਤ ਕਿੱਦਾਂ ਬੀਜੀ ਗਈ, ਕਿਵੇਂ ਉਹਨਾਂ ਨੂੰ ਦੋ ਫਾੜ ਕਰ ਦਿੱਤਾ ਗਿਆ। ਇਹਦੇ ਵਿੱਚ ਤੁਸੀਂ ਕਹ ਲਓ ਕਿ ਸਾਡੇ ਵੀ ਹਾਕਮ ਜਿਹੜੇ ਲੜੇ ਹੋਏ ਸੀ, ਤੇ ਦੂਸਰੇ ਪਾਸੇ ਜਿਹੜੀ ਰੈੱਡ ਕਲਿਫ ਰੇਖਾ ਇਹਨਾਂ ਨੇ ਵਾਹੀ, ਇੰਗਲੈਂਡ ਵਾਲਿਆਂ ਨੇ ਆ ਕੇ ਉੱਥੇ ਦੋਹਾਂ ਨੂੰ ਜੁਦੇ ਕੀਤਾ। ਉਹਦੇ ਤੇ ਇੰਨਾ ਕਨਫਿਊਜ਼ਨ ਸੀ
1947 ਦੇ ਵਿੱਚ ਜਦੋਂ 14-15 ਅਗਸਤ ਨੂੰ ਟ੍ਰਾਂਸਫਰ ਆਫ ਪਾਵਰ ਵੀ ਹੋਈ ਆ ਤੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕਿਹੜਾ ਇਲਾਕਾ ਕਿਹੜੇ ਪਾਸੇ ਆ। ਹੁਣ ਫਾਰ ਐਗਜ਼ਾਮਪਲ ਇਹਨਾਂ ਨੇ ਗੁਰਦਾਸਪੁਰ ਦੇ ਵਿੱਚ ਆਪਣੇ ਪਾਕਿਸਤਾਨੀ ਰਜੀਮ ਨੇ ਇੱਕ DC ਭੇਜ ਦਿੱਤਾ ਵੀ ਗੁਰਦਾਸਪੁਰ ਸਾਨੂੰ ਆਉਣਾ। ਉਹ ਜਦੋਂ ਆਇਆ ਤਾਂ ਉਹਨੂੰ ਫੇਰ ਪਤਾ ਲੱਗਾ ਰੈੱਡ ਕਲਿਫ ਜਿਹੜੀ ਲਾਈਨ ਸੀ ਨਾ ਉਹਦੀ ਮੈਪ ਦੀ ਉਹਨਾਂ ਨੇ ਮੈਪ ਭੇਜ ਦਿੱਤਾ ਤਾਂ ਉਸ ਮੈਪ ਦੇ ਵਿੱਚ ਉਹ ਗੁਰਦਾਸਪੁਰ ਦੇ 3 ਜਿਹੜੀਆਂ ਤਹਿਸੀਲਾਂ ਸੀ ਉਹ ਪੰਜਾਬ ਚੜ੍ਹਦੇ ਪੰਜਾਬ ਦੇ ਵਿੱਚ ਸੀ, ਇੱਕ ਤਹਿਸੀਲ ਜਿਹੜੀ ਸੀ ਲਹਿੰਦੇ ਪੰਜਾਬ ਦੇ ਵਿੱਚ ਸੀ। ਉਹ ਫੇਰ ਮੁੜ ਕੇ ਗਿਆ। ਇੰਨਾ ਕਨਫਿਊਜ਼ਨ ਮਤਲਬ ਸਟੇਟਸ ਨੂੰ ਵੀ ਸੀ ਜੀ, ਸਰਕਾਰਾਂ ਨੂੰ ਵੀ ਸੀ। ਸਰਕਾਰਾਂ ਨੂੰ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਕਿ ਟ੍ਰਾਂਸਫਰ ਆਫ ਪਾਵਰ ਹੋਣ ਲੱਗੀ ਆ, ਬਟਵਾਰਾ ਹੋਣ ਲੱਗਾ ਆ, ਲੋਕਾਂ ਦੀਆਂ ਜਾਨਾਂ ਨੂੰ ਖਤਰਾ ਆ, ਉੱਥੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ, ਕਿਸੇ ਤਰੀਕੇ ਦੇ ਨਾਲ ਮੇਕ ਸ਼ੋਰ ਕੀਤਾ ਜਾਵੇ ਕਿ ਟ੍ਰਾਂਸਫਰ ਪੀਸਫੁਲ ਹੋਣੀ ਚਾਹੀਦੀ ਆ, ਸਿਕਿਉਰਿਟੀ ਹੋਣੀ ਚਾਹੀਦੀ ਉੱਥੇ। ਉਹਦਾ ਕੁਝ ਨਹੀਂ ਹੋਇਆ ਜੀ। ਪਰ ਨਾਲ ਦੀ ਨਾਲ ਜੇ ਅਸੀਂ ਦੇਖਦੇ ਹਾਂ ਅਸੀਂ ਕਿ ਜਦੋਂ ਜਿਸ ਵੇਲੇ ਪਹਿਲੀ ਵਾਰ ਯੂਰਪੀਅਨ ਆਏ ਨਾ ਉਹਨਾਂ ਨੂੰ ਅਕਬਰ ਬਾਦਸ਼ਾਹ ਨੇ ਤਾਂ ਉਹਨਾਂ ਨੂੰ ਵੜਨ ਨਹੀਂ ਦਿੱਤਾ ਆਪਣੇ ਦਰਬਾਰ ਦੇ ਵਿੱਚ। ਉਹ ਤਾਂ ਸਮਝਦੇ ਵੀ ਨੰਗ ਪੁਖ ਤੁਰੇ ਕਰਦੇ ਆ। ਜਹਾਂਗੀਰ ਨੇ ਪਹਿਲੀ ਵਾਰ ਇਹਨਾਂ ਨੂੰ ਇਜਾਜ਼ਤ ਦਿੱਤੀ ਕਿ ਤੁਸੀਂ ਟ੍ਰੇਡ ਕਰ ਸਕਦੇ ਹੋ। ਪਹਿਲਾਂ ਟ੍ਰੇਡ ਇਹ ਕਰਦੇ ਸੀ ਯੂਰਪੀਅਨ ਆ ਕੇ ਸਪਾਈਸਸ ਦਾ, ਮਸਾਲੇ ਜੀ, ਕਿਉਂਕਿ ਮਸਾਲੇ ਯੂਰਪ ਦੇ ਵਿੱਚ ਨਹੀਂ ਸੀ ਨਾ ਜਿੰਨੇ ਸਾਡੇ ਕੋਲ ਸੀ। ਹਾਂਜੀ। ਮਸਾਲੇ ਇੱਕ ਚੀਜ਼ ਹੈ ਕਿ ਜੇ ਤੁਸੀਂ ਮੀਟ ਵਗੈਰਾ ਗਰਮ ਸਰਦੀਆਂ ਨੂੰ ਤਾਂ ਰੱਖ ਲੈਂਦੇ ਆ ਸਾਂਭ ਕੇ ਬੇਸਮੈਂਟ ਦੇ ਵਿੱਚ ਰੱਖ ਲਓ ਤਾਂ ਬਚ ਜਾਂਦਾ। ਗਰਮੀਆਂ ਨੂੰ ਮੀਟ ਤਾਂ ਬਚਦਾ ਜੇ ਉਹਨਾਂ ਤੇ ਮਸਾਲੇ ਲਾਏ ਜਾਣ। ਹਾਂਜੀ। ਤੇ ਉਹ ਮਸਾਲਿਆਂ ਨੇ ਸਾਨੂੰ ਗੁਲਾਮ ਬਣਾਤਾ ਜੀ ਬਿਲਕੁਲ। ਤੇ ਉਹ ਜਹਾਂਗੀਰ ਤੋਂ ਉਸ ਵੇਲੇ ਜਹਾਂਗੀਰ ਦੇ ਸਮੇਂ ਹਿੰਦੁਸਤਾਨ ਦੁਨੀਆ ਭਰ ਦੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹਨੂੰ ਅਸੀਂ ਮੰਨਦੇ ਹਾਂ ਨਾ ਉਹਦਾ 30% ਹੁੰਦਾ ਸੀ। 30% ਹੀ ਚਾਈਨਾ ਦਾ ਸੀ। ਤਕਰੀਬਨ ਦੁਨੀਆ ਦੀ ਇਕਨੋਮੀ ਇਹ ਚਾਈਨਾ ਤੇ ਇੰਡੀਆ ਵਾਲੇ ਲੈ ਕੇ ਬੈਠੇ ਹੁੰਦੇ ਸੀ। ਹਾਂਜੀ। ਤੁਸੀਂ ਦੇਖੋ ਕਿ ਇਹਨਾਂ ਲੋਕਾਂ ਨੇ ਕਿੰਨਾ ਲੁੱਟਿਆ ਹੋਣਾ ਸਾਨੂੰ। ਜਿਸ ਦਿਨ ਅੰਗਰੇਜ਼ ਉੱਥੋਂ ਛੱਡ ਕੇ ਗਏ ਆ 1947 ਦੇ ਵਿੱਚ ਉਹ 30% ਜਿਹੜੀ ਸਾਡੀ GDP ਸੀ ਦੁਨੀਆ ਦੀ 3% ਰਹਿ ਗਈ ਜੀ। ਉਸ ਵੇਲੇ ਹਿੰਦੁਸਤਾਨ 3% ਸੀ GDP ਦਾ। ਹੁਣ 1947 ਤੋਂ ਅੱਜ ਤਾਈਂ ਤਰੱਕੀ ਤਾਂ ਕੀਤੀ ਹੈ ਹਾਂਜੀ ਪਰ 1.4 ਬਿਲੀਅਨ ਲੋਕੀ ਵੀ ਆ ਉੱਥੇ ਰਹਿੰਦੇ ਜੀ। ਕਰ ਰਿਹਾ ਤਰੱਕੀ ਇੱਥੇ ਨਾਲੋਂ ਜ਼ਿਆਦਾ ਕਰ ਰਿਹਾ ਵੈਸੇ ਹਾਂਜੀ। ਸਪੇਸ ਪ੍ਰੋਗਰਾਮ ਕੈਨੇਡਾ ਦੇ ਕੋਲ ਕੋਈ ਨਹੀਂ ਹੈ, ਇੰਡੀਆ ਦੇ ਕੋਲ ਆਪਣਾ ਸਪੇਸ ਪ੍ਰੋਗਰਾਮ ਹੈ ਹਾਂਜੀ। ਨਿਊਕਲੀਅਰ ਪਾਵਰ ਹੈ ਜੀ। ਫਿਰ ਦੇਖੋ ਕੋਈ ਵੀ ਫੀਲਡ ਦੇ ਵਿੱਚ ਸਾਇੰਟਿਸਟ ਦੇਖਣੇ ਆ ਨਾ ਦੁਨੀਆ ਭਰ ਦੇ ਵਿੱਚ ਅੱਜ ਕੱਲ੍ਹ ਸਾਇੰਟੀਫਿਕ ਪੂਲ ਉਹਨੂੰ ਕਹਿੰਦੇ ਆ। ਇੰਜੀਨੀਅਰਸ, ਡਾਕਟਰਸ, ਪ੍ਰੋਫੈਸਰਸ ਜਿਹੜੇ ਪੜ੍ਹੇ ਲਿਖੇ ਲੋਕ ਆ ਜਿਹੜੇ ਕੋਈ ਰਿਸਰਚ ਕਰਦੇ ਆ ਉਹਨਾਂ ਦੇ ਵਿੱਚੋਂ ਪਹਿਲਾ ਨੰਬਰ ਹਿੰਦੁਸਤਾਨ ਦਾ ਆਉਂਦਾ ਜੀ ਬਿਲਕੁਲ। ਤੇ ਅੱਜ ਜਿਹੜੀ GDP ਦੀ ਗੱਲ ਕਰਦੇ ਆ ਮੋਰਗਨ ਸਟੈਨਲੀ ਵਾਲੇ ਹੁਣ ਹਿੰਦੁਸਤਾਨ ਦਾ PPP ਇੰਡੈਕਸ ਦੇ ਹਿਸਾਬ ਦੇ ਨਾਲ 13% ਜਿਹੜੀ ਦੁਨੀਆ ਦੀ GDP ਹੈ ਉਹ ਹਿੰਦੁਸਤਾਨ ਦੀ ਹੈ ਹਾਂਜੀ। 3% ਤੋਂ ਉੱਠ ਕੇ 13 ਤੇ ਚਲ ਗਏ ਜੀ। ਕਿਸੇ ਦਿਨ ਮੁੜ ਕੇ ਫੇਰ ਸ਼ਾਇਦ 30% ਤੇ ਆ ਜਾਊਗਾ ਹਾਂਜੀ। ਕਿਉਂਕਿ ਇਹਦੇ ਵਿੱਚ ਵੱਡਾ ਰੋਲ ਦੇਖਿਆ ਜਾਵੇ ਤੇ ਇਹ ਪਤਾ ਨਹੀਂ ਕੀ ਗੱਲ ਹੋਈ ਕਿ ਸਾਡੇ 200 ਸਾਲਾਂ ਗੁਲਾਮੀ ਨੇ ਗੁਲਾਮ ਮੈਂਟੈਲਿਟੀ ਪੈਦਾ ਕਰ ਦਿੱਤੀ। ਜਿਸ ਦਿਨ 1947 ਚ ਸਾਨੂੰ ਲੜਾ ਕੇ ਦੋ ਦੇਸ਼ਾਂ ਦਾ ਬਟਵਾਰਾ ਕਰਕੇ ਵਾਪਸ ਆਏ ਆ ਉਸ ਵੇਲੇ ਅਸੀਂ 33 ਕਰੋੜ ਸੀ ਹਾਂਜੀ। 33 ਕਰੋੜ ਤੇ ਹਾਕਮ ਕਿੰਨੇ ਸੀ 69,000 ਜੀ। 69,000 ਅੰਗਰੇਜ਼ ਉਸ ਵੇਲੇ ਉੱਥੇ ਸੀ। 69,000 ਜਿਹੜੇ ਬੰਦਿਆਂ ਨੂੰ ਇੱਥੇ ਸ਼ੱਕ ਆ ਨਾ ਕਿ ਇਮੀਗ੍ਰੈਂਟਸ ਆ ਜਾਂਦੇ ਆ ਤਾਂ ਇੱਥੇ ਸਾਡਾ ਰੂਲ ਹੋ ਜਾਣਾ। ਤੁਹਾਡਾ ਰੂਲ ਨਹੀਂ ਹੋਣਾ ਇਹਦੇ ਬਾਰੇ ਵੀ ਗੱਲ ਕਰਾਂਗੇ ਜੀ। ਤੁਹਾਡੇ ਬੰਦੇ ਲਿਜਾਂਦੇ ਆ ਚੁੱਪ ਕਰਕੇ ਬਿਠਾਉਣ ਲਈ ਆ ਵੀ ਹੱਥ ਖੜਾ ਕਰਾਉਣ ਲਈ ਹਾਂਜੀ। ਉਹ ਉਦੋਂ ਵੀ ਉੱਥੇ ਹੁੰਦੇ ਸੀ। ਸਾਡੇ ਜਦੋਂ 1935 ਦੇ ਵਿੱਚ ਕਨਸਟੀਟਿਊਸ਼ਨ ਲੈ ਕੇ ਆਏ ਉਹ BNA ਦੀ ਵੈਸੇ ਕਾਪੀ ਸੀ ਜੀ। ਜਿਹੜਾ ਕੈਨੇਡਾ ਦਾ ਤਾਂ ਸੰਵਿਧਾਨ ਹੈ ਇਹਦੀ ਕਾਪੀ ਇੱਕ 1935 ਦੇ ਵਿੱਚ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀ ਹੈ ਤੇ ਉੱਥੇ ਬਾਅਦ ਦੇ ਵਿੱਚ ਕਰਦੇ ਆ ਸੰਵਿਧਾਨ ਬਣਾਇਆ। ਇੱਥੋਂ ਥੋੜਾ ਜਿਹਾ ਚੋਰੀ ਕੀਤਾ ਉੱਥੋਂ ਚੋਰੀ ਕੀਤਾ ਉਹਨੂੰ ਵੱਡਾ ਕਰਤਾ। ਪਰ ਅਸਲੀ ਮੁੱਦਾ ਜਿਹੜਾ ਸੀ ਇੱਕ ਫੈਡਰਲ ਸਰਕਾਰ ਬਣਾਉਣ ਦਾ ਉਹ ਹੈਗਾ ਸੀ ਕੈਨੇਡੀਅਨ ਬੇਸਡ
ਜਿਹੜਾ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਸੀ ਉਹ ਹੂ ਬਹੂ ਕਾਪੀ ਆ ਉਹਦੀ। ਜਿਹੜੀਆਂ ਪਾਵਰ ਸਟੇਟਸ ਨੂੰ ਦਿੱਤੀਆਂ ਉਹ ਇੱਥੇ ਵੀ ਆ ਪ੍ਰੋਵਿੰਸਸ ਦੇ ਵਿੱਚ ਵੀ, ਤੇ ਜਿਹੜੀਆਂ ਪਾਵਰਸ ਸੈਂਟਰ ਨੂੰ ਦਿੱਤੀਆਂ ਉਹ ਇੱਥੇ ਦੀ ਫੈਡਰਲ ਸਰਕਾਰ ਦੇ ਕੋਲ ਆ। ਸੋ ਇਸ ਕਰਕੇ ਜੋ ਕੰਟਰੀਬਿਊਸ਼ਨ ਇੱਥੋਂ ਪਹਿਲੀ ਵਾਰ ਇਹਨਾਂ ਨੇ 1935 ਦੇ ਵਿੱਚ ਕੀਤੀ ਆ, ਤਾਂ ਉਹੀ 1951 ਦੇ ਵਿੱਚ ਲਾਗੂ ਕੀਤਾ, ਥੋੜਾ ਜਿਹਾ ਐਕਸਪੈਂਡ ਕਰਕੇ। ਹਾਂਜੀ।